हाँ जी, हैलो स्टूडेंट्स। काफ़ी टाइम के बाद असी डायनामिक्स का अपना नैक्सट लैक्चर करन जा रहे हैं। चैप्टर है जी साडा प्रोजैक्टाइल। काफ़ी स्टूडेंट की डिमांड सी, बार बार फोन कॉल्स करते सी कि ये सम चैप्टर करवाओ। इस करके ये मैं अज नवा चैप्टर शुरू करन जा रहा प्रोजैक्टाइल। प्रोजैक्टाइल है की है कि जिस तरीके तुसी देखते हैं कि असी कोई बॉल ਜਾਂ कुछ होर पार्टिकल थ्रो करते हैं, जिस तरीके तुसी देखा होना क्रिकेट के अंदर एक बॉल थ्रो की जाती है। बॉल थ्रो करने दे नाल एक पाथ बनता। सपोज करो तुसी इस पॉइंट तो एक बॉल थ्रो की, ये साडा ग्राउंड लैवल हो गया। इत्थों असी किसी वेलोसिटी के नाल जो बॉल थ्रो की इत्थे जाके डिगी। ये जिहड़ा पाथ आ, ये जो ट्रैजैक्टरी आ, वो पाथ ही असी इस आर्टिकल च डिस्कस करांगे जो सामने तुहानूं स्टेटमेंट दिखाई दे रही है कि पाथ असी शो करना। शो दैट इहदा जिहड़ा पाथ आ वो एक पैराबोलिक शेप है, पाथ पैराबोलिक आ, वो असी शो करना। ਉਹਦੇ ਲਈ ਸਾਨੂੰ ਗਿਵਨ ਕੀ ਆ, ਪਾਰਟੀਕਲ ਆਫ ਮਾਸ m। ਪਾਰਟੀਕਲ ਦਾ ਮਾਸ m ਹੈ। ਸਪੋਜ਼ ਕਰੋ ਤੁਹਾਡੇ ਕੋਲ ਬੋਲ ਆ, ਉਸ ਬੋਲ ਦਾ ਜਾਂ ਕਿਸੇ ਵੀ ਪਾਰਟੀਕਲ ਦਾ ਮਾਸ m ਪ੍ਰੋਜੈਕਟਡ ਫਰੋਮ ਫਿਕਸਡ ਪੁਆਇੰਟ। ਇਹ ਸਾਡਾ ਪੁਆਇੰਟ ਫਿਕਸਡ ਆ ਜਿੱਥੋਂ ਅਸੀਂ ਇਹ ਬੋਲ ਥਰੋ ਕਰਨੀ ਆ ਵਿਦ ਵੈਲੋਸਿਟੀ ਜੂ ਵੈਲੋਸਿਟੀ ਦੇ ਨਾਲ ਅਸੀਂ ਉਹ ਬੋਲ ਨੂੰ ਪ੍ਰੋਜੈਕਟ ਕੀਤਾ। ਇਨ ਦ ਡਾਇਰੈਕਸ਼ਨ ਮੇਕਿੰਗ ਐਂਗਲ ਅਲਫਾ ਨੋਟ ਇਕੁਅਲ ਟੂ π/2। ਜੇ ਤਾਂ π/2 ਤੁਸੀਂ ਐਂਗਲ ਲੈ ਲਓਗੇ ਤਾਂ ਫਿਰ ਕੀ ਹੋਏਗਾ, ਫਿਰ ਤਾਂ ਉਹ ਵਰਟੀਕਲ ਮੋਸ਼ਨ ਹੋ ਜਾਏਗਾ ਨਾ, ਜਿੱਦਾਂ ਅਸੀਂ ਸੈਕਿੰਡ ਚੈਪਟਰ 'ਚ ਪੜ੍ਹਿਆ। ਬਿਲਕੁਲ ਇੱਦਾਂ ਪਾਰਟੀਕਲ ਸੁੱਟੋਗੇ ਅਤੇ ਉਸੇ ਰਸਤੇ ਵਾਪਸ ਆ ਜਾਏਗਾ। ਇਸ ਕਰਕੇ π/2 ਪਾਥ π/2 ਐਂਗਲ ਨਹੀਂ ਹੋਣਾ ਚਾਹੀਦਾ। ਉਹ π/2 ਤੋਂ ਐਂਗਲ ਜਾਂ ਤਾਂ ਲੈਸ ਹੋਵੇ ਜਾਂ ਗ੍ਰੇਟਰ ਹੋਵੇ। ਠੀਕ ਹੈ ਜੀ, π/2 ਨਹੀਂ ਲੈਣਾ। ਹੋਰੀਜ਼ੋਨਟਲ ਦੇ ਨਾਲ ਐਂਗਲ ਮੈਜ਼ਰ ਕਰਾਂਗੇ, ਉਹਦਾ ਅਸੀਂ ਮੋਸ਼ਨ ਡਿਸਕਸ ਕਰਨਾ, ਸ਼ੋ ਕਰਨਾ ਕਿ ਉਹ ਜਿਹੜਾ ਪਾਥ ਆ ਪੈਰਾਬੋਲਿਕ ਆ। ਇਹ ਵੀ ਅਸੀਂ ਫਾਈਂਡ ਕਰਾਂਗੇ ਬਾਅਦ ਵਿੱਚ ਇਸ ਆਰਟੀਕਲ ਤੋਂ ਬਾਅਦ 'ਚ ਕਿ ਇਹ ਜੋ ਸਾਡਾ ਪਾਥ ਚੱਲਦਾ ਪਿਆ, ਜੋ ਉਹ ਬੋਲ ਚੱਲਦੀ ਪਈ ਹੈ ਇਸ ਪਾਥ ਦੇ ਅੰਦਰ, ਉਹ ਕਿੰਨਾ ਟਾਈਮ ਲੈਗੀ, ਕਿੰਨੇ ਟਾਈਮ 'ਚ ਉਹ ਇਸ ਪੁਆਇੰਟ ਤੋਂ ਇਸ ਪੁਆਇੰਟ 'ਤੇ ਪਹੁੰਚ ਜਾਂਦੀ, ਇਸ ਏ ਪੁਆਇੰਟ 'ਤੇ। ਉਹ ਜੋ ਟਾਈਮ ਹੈ ਉਹਨੂੰ ਅਸੀਂ ਕਹਿੰਦੇ ਹਾਂ ਟਾਈਮ ਆਫ ਫਲਾਈਟ। ਉਹਨੂੰ ਅਸੀਂ ਕਹਿੰਦੇ ਹਾਂ ਟਾਈਮ ਆਫ ਫਲਾਈਟ। ਇੱਕ ਇਹ ਸਾਡੀ ਰੇਂਜ, ਉਹ ਦੂਰੀ ਕਿੰਨੀ ਹੈ, ਡਿਸਟੈਂਸ ਕਿੰਨਾ, ਇਹ ਜਿਹੜੀ ਸਾਡੀ ਇਹ ਹੋ ਗਈ ਮੈਕਸੀਮਮ ਸਾਡੀ ਰੇਂਜ। ਇੱਦਾਂ ਸਾਡੀ ਉਹ ਮੈਕਸੀਮਮ ਹਾਈਟ ਕਿੰਨੀ, ਉਹ ਮੈਕਸੀਮਮ ਹਾਈਟ ਵੀ ਅਸੀਂ ਫਾਈਂਡ ਕਰਾਂਗੇ। ਮੈਕਸੀਮਮ ਹਾਈਟ ਕਿੰਨੀ ਉਹ ਵੀ ਅਸੀਂ ਉਹਦਾ ਫਾਰਮੂਲਾ ਦੇਖਾਂਗੇ। ਅਸੀਂ ਡਾਇਰੈਕਟ ਫਾਰਮੂਲਾ ਅਪਲਾਈ ਕਰਾਂਗੇ, ਸਾਡੇ ਕੋਲ ਇਹ ਵਾਲੀ ਮੈਕਸੀਮਮ ਹਾਈਟ ਆ ਜਾਏਗੀ। ਇੱਥੇ ਘੱਟ ਹੋਏਗੀ ਹਾਈਟ, ਇੱਥੇ ਹੋਰ ਘੱਟ ਹੋਏਗੀ, ਇੱਥੇ ਹੋਰ ਘੱਟ। ਆ ਜੋ ਮੈਕਸੀਮਮ ਹਾਈਟ ਆ ਇਹ ਵੀ ਅਸੀਂ ਫਾਈਂਡ ਕਰਾਂਗੇ। ਮੈਕਸੀਮਮ ਰੇਂਜ ਵੀ ਫਾਈਂਡ ਕਰਾਂਗੇ, ਕਿੰਨੀ ਹੋ ਸਕਦੀ ਹੈ ਕਿਸੇ ਵੀ ਐਂਗਲ ਦੇ ਕੋਰਸਪੋਂਡਿੰਗ, ਉਹ ਵੀ ਅਸੀਂ ਮੈਜਰ ਕਰਾਂਗੇ ਇਸ ਆਰਟੀਕਲ ਤੋਂ ਬਾਅਦ। ਹੁਣ ਅਸੀਂ ਸਟਾਰਟ ਕਰਦੇ ਹਾਂ ਇਹ ਆਰਟੀਕਲ। ਹਾਂਜੀ, ਸਪੋਜ਼ ਕਰ ਲੈਂਦੇ ਹਾਂ ਆਪਾਂ ਡਾਇਗਰਾਮ ਬਣਾਈਏ। ਅਸੀਂ ਡਾਇਗਰਾਮ ਬਣਾਈ। ਸਪੋਜ਼ ਕਰੋ ਇੱਥੋਂ ਪਾਰਟੀਕਲ ਪ੍ਰੋਜੈਕਟ ਕੀਤਾ, ਇੱਥੇ ਡਿੱਗ ਗਿਆ। ਠੀਕ ਹੈ, ਬਹੁਤ ਸੋਹਣੀ ਤਾਂ ਨਹੀਂ ਬਣੀ ਡਾਇਗਰਾਮ। ਚਲੋ ਆਪਾਂ ਕੰਮ ਚਲਾਵਾਂਗੇ, ਆਪਾਂ ਕੰਮ ਥੋੜ੍ਹੀ ਠੀਕ ਹੀ ਕਰ ਲਈਏ। ਇਹ ਆ ਲਓ ਜੀ, ਸਪੋਜ਼ ਕਰੋ ਸਾਡਾ ਇਸ ਤਰੀਕੇ ਇਹ ਹੈ ਸਾਡੀ ਡਾਇਗਰਾਮ। ਸਪੋਜ਼ ਕਰੋ ਅਸੀਂ ਜੂ ਵੈਲੋਸਿਟੀ ਦੇ ਨਾਲ ਪਾਰਟੀਕਲ ਨੂੰ ਪ੍ਰੋਜੈਕਟ ਕੀਤਾ। ਦੁਬਾਰਾ ਹੀ ਬਣਾ ਲਓ ਡਾਇਗਰਾਮ। ਸਪੋਜ਼ ਕਰੋ ਕਿ ਅਸੀਂ ਜੂ ਵੈਲੋਸਿਟੀ ਦੇ ਨਾਲ ਪ੍ਰੋਜੈਕਟ ਕੀਤਾ। ਇਹ ਹੈ ਸਾਡਾ ਪਾਥ। ਇਹ ਹੈ ਜੀ ਸਾਡਾ ਪਾਥ। ਸਪੋਜ਼ ਕਰੋ ਕਿ ਅਸੀਂ ਜੂ ਵੈਲੋਸਿਟੀ ਦੇ ਨਾਲ ਪ੍ਰੋਜੈਕਟ ਕੀਤਾ। ਜੂ ਸਪੋਜ਼ ਕਰ ਲਓ ਅਤੇ ਐਂਗਲ, ਇਹਨੂੰ ਅਸੀਂ ਕਹਿੰਦੇ ਐਂਗਲ ਆਫ ਪ੍ਰੋਜੈਕਸ਼ਨ। ਇਹ ਅਸੀਂ ਸਪੋਜ਼ ਕਰਾਂਗੇ। ਇਹ ਸਾਡਾ ਇੱਕ ਫਿਕਸ ਪੁਆਇੰਟ ਆ, ਉਹ ਇਹਨੂੰ ਅਸੀਂ ਲੈ ਲੈਂਦੇ ਹਾਂ ਓਰੀਜਨ। ਜੇ ਤੁਸੀਂ ਇਹਨੂੰ ਓਰੀਜਨ ਲਓਗੇ ਤਾਂ ਇਹ ਤੁਹਾਡੀ ਹੋ ਜਾਏਗੀ ਵਾਈ ਐਕਸਿਸ, ਇਹ ਤੁਹਾਡੀ ਹੋ ਜਾਏਗੀ ਐਕਸ ਐਕਸਿਸ, ਇਹ ਤੁਹਾਡੀ ਹੋ ਜਾਏਗੀ ਐਕਸ ਐਕਸਿਸ। ਠੀਕ ਹੈ ਜੀ। ਇਹ ਸਪੋਜ਼ ਕਰ ਲੈਣਾ ਕਿ ਕਿਸੇ ਟਾਈਮ 'ਤੇ ਸਪੋਜ਼ ਕਰੋ ਸਾਡਾ ਜੋ ਪਾਰਟੀਕਲ ਆ ਇਸ ਪੀ ਪੁਆਇੰਟ 'ਤੇ ਪਹੁੰਚ ਗਿਆ। ਇਹ ਅਸੀਂ ਪੁਆਇੰਟ ਸਪੋਜ਼ ਕਰ ਲਿਆ ਪੀ XY ਲੈ ਲਓ ਇਸ ਤਰੀਕੇ। ਅਤੇ ਉਹ ਕਿਉਂਕਿ ਜੋ ਸਾਡੀ ਬੋਲ ਆ ਉਹਦਾ ਕੋਈ ਵੇਟ ਵੀ ਹੋਏਗਾ। ਵੇਟ ਸਪੋਜ਼ ਕਰੋ mg ਹੋ ਗਿਆ, ਮਾਸ m, ਅਤੇ mg ਅਸੀਂ ਕਹਾਂਗੇ ਉਸ ਪਾਰਟੀਕਲ ਦਾ ਵੇਟ। ਕਿਸੇ ਟਾਈਮ 'ਤੇ ਸਪੋਜ਼ ਕਰ ਲਈਏ ਕਿ ਉਹ ਸਾਡੀ ਬੋਲ, ਉਹ ਸਾਡਾ ਪਾਰਟੀਕਲ ਇਸ ਪੀ ਪੁਆਇੰਟ 'ਤੇ ਹੈ। ਇੱਥੋਂ ਅਸੀਂ ਪ੍ਰੋਜੈਕਟ ਕੀਤਾ।
ये सारा कुछ असी लिखांगे इस आर्टिकल के अंदर। हाँ जी, की है जी ये आर्टिकल, असी ये कहांगे टेक जां लैट पॉइंट ओ एज टेक पॉइंट ऑफ प्रोजेक्शन ओ एज ओरिजन, ਇੱਦਾਂ ਅਸੀਂ ਕਹਾਂਗੇ, ਉਹਨੂੰ ਅਸੀਂ ਮੰਨ ਲਾਂਗੇ ओरिजन। एंड लाइन्स हॉरिजॉन्टल एंड वर्टिकल लाइन्स थ्रू O as x and y axis। इनू असी ओरिजन कह लिया, जो भी साडा पॉइंट ऑफ प्रोजेक्शनस सी, इनू असी एक्स एक्सिस कह दिता, हॉरिजॉन्टल लाइन तो जी वर्टिकल लाइन है वो चो पास करती हुई उन्होंने असी कह दिता वाई एक्सिस। लैट आफ्टर टाइम टी पार्टिकल बी एट पी, ये सपोज कर लिया। फिर असी लिखांगे इक्वेशन ऑफ मोशनस लिखांगे असी इक्वेशन ऑफ मोशनस लिखांगे अलोंग हॉरिजॉन्टल एंड वर्टिकल लाइन्स, लिखो चाहे ना लिखो, इक्वेशन ऑफ मोशनस लिखांगे, दो आनगियां, एक तो अलोंग हॉरिजॉन्टल पाथ, एक अलोंग वर्टिकल। इस तरीके असी इक्वेशन ऑफ मोशनस लिखांगे। हाँ जी, दो लिखांगे की हुंदी साडे कोल फोर्स मास इंटू एक्सलरेशन। इक्वेशन ऑफ मोशन की हुंदी है फोर्स मास इंटू एक्सलरेशन। हुण बड़े ध्यान नाल समझना, अलोंग एक्स एक्सिस वाल कोई फोर्स नहीं लगती पई, अलोंग एक्स एक्सिस वाल कोई भी साडे कोल फोर्स नहीं लगती पई। मास इंटू एक्सलरेशन d2x/dt स्क्वेयर। अलोंग एक्स एक्सिस जो एक्सलरेशन है वो असी लवांगे d2x/dt स्क्वेयर, सैकेंड डिफरेंशिएशन। ऐदा ही एंड अलोंग वाई एक्सिस की होएगा मास इंटू एक्सलरेशन d2y/dt स्क्वेयर। तो -mg साडा हो गया जो फोर्स लगती पई, नीचे फोर्स लगती पई है साडे, नीचे फोर्स लगती पई है, सो फोर्स हो गई साडी -mg। ये फोर्स मास इंटू एक्सलरेशन। की करो m दे नाल डिवाइड कर दो, इस स्टैप च भी इस स्टैप च भी डिवाइड कर दो, तो यू विल गेट d2x/dt स्क्वेयर 0 एंड सैकेंड इक्वेशन आ गई साडे कोल d2y/dt स्क्वेयर इज इक्वल टू -g। इंटीग्रेटिंग कर देंगे बोथ साइड, इंटीग्रेटिंग बोथ साइड। बहुत सिंपल आर्टिकल है जी, जिन्होंने फोर्थ चैप्टर आंदा सी, फोर्थ चैप्टर किया होया, जिन्होंने वो चैप्टर आंदा ये तो वो लिए बहुत ईजी है। हाँ जी, की आ गया dx/dt इंटीग्रेशन ऑफ कॉन्स्टेंट इज c1 सम कॉन्स्टेंट, वी c1 इज सम कॉन्स्टेंट। इधर इंटीग्रेशन की आ जाएगा dy/dt, इधर आ जाएगा -gt प्लस सम न्यू कॉन्स्टेंट से C2 आ गया कॉन्स्टेंट। हुण असी कॉन्स्टेंट इनिशियल कंडीशन लगा के ये C1 ते C2 की वैल्यू कैलकुलेट करांगे। वो इनिशियल कंडीशन की आ वो आप अप्लाई करिए। हाँ जी, हुण मैं उपरों रफ कर दिना, उम्मीद करदा कि तुहानूं समझ आ चुकी होएगी। उपरों असी कर दिंदे आ आर्टिकल नूं रफ। हाँ जी, रफ हो चुकिया। हुण असीं इहदा नैक्सट स्टैप करांगे इनिशियली एट ओ। बड़े ध्यान नाल समझना, शुरू विच की सी इस ओ पॉइंट ते, बड़े ध्यान नाल समझना।
ਹੁਣ ਤੁਹਾਨੂੰ ਰਿਜ਼ੋਰਟ ਪਾਰਟ ਕਰਨੇ ਆਉਂਦੇ, ਤੁਸੀਂ ਆਪਣੇ ਪਹਿਲੇ ਸਮੈਸਟਰ 'ਚ ਪੜ੍ਹਿਆ ਹੋਇਆ। ਇਸ ਵੈਲੋਸਿਟੀ ਕੰਪੋਨੈਂਟ ਦਾ, ਇਸ ਵੈਲੋਸਿਟੀ ਦਾ ਦੇ ਦੋ ਕੰਪੋਨੈਂਟ ਹੋਣਗੇ, ਅਲੋਂਗ ਹੋਰੀਜ਼ੋਨਟਲ ਲਾਈਨ ਜਾਂ ਕਹਿ ਲਓ ਅਲੋਂਗ ਐਕਸ ਐਕਸਿਸ ਦਾ ਕੰਪੋਨੈਂਟ ਹੋਏਗਾ ਜੂ ਕੋਸ ਅਲਫਾ। ਇਸ ਸਾਈਡ ਤੇ ਇਸ ਵੈਲੋਸਿਟੀ ਜੂ ਦਾ ਕੰਪੋਨੈਂਟ ਹੋਏਗਾ ਜੂ ਸਾਈਨ ਅਲਫਾ। ਠੀਕ ਹੈ ਜੀ, ਜੂ ਦੇ ਦੋ ਕੰਪੋਨੈਂਟ ਅਸੀਂ ਲੈ ਲਏ, ਇੱਕ ਜੂ ਕੋਸ ਅਲਫਾ ਅਲੋਂਗ ਹੋਰੀਜ਼ੋਨਟਲ ਜਾਂ ਕਹਿ ਲਓ ਅਲੋਂਗ ਐਕਸ ਐਕਸਿਸ, ਦੂਸਰਾ ਕੰਪੋਨੈਂਟ ਜੂ ਸਾਈਨ ਅਲਫਾ ਅਲੋਂਗ ਵਾਈ ਐਕਸਿਸ। ਠੀਕ ਹੈ ਜੀ, ਇਹ ਹੁਣ ਅਸੀਂ ਇਨੀਸ਼ੀਅਲ ਕੰਡੀਸ਼ਨ ਅਪਲਾਈ ਕਰਨ ਜਾ ਰਹੇ ਹਾਂ ਐਟ ਓ T0। ਐਟ ਓ ਕੀ ਆ, ਐਟ ਉਹ ਤੇ ਕੀ ਹੋਣਾ ਸਾਡੇ ਕੋਲ, ਚਾਹੇ ਉੱਪਰ ਲਿਖੋ ਨਹੀਂ, ਉੱਪਰਲੇ ਅਸੀਂ ਲਿਖਿਆ ਹੋਇਆ, ਉਹ ਤੇ ਕੀ ਆ ਸਾਡੇ ਕੋਲ T0 ਐਂਡ ਅਲੋਂਗ ਐਕਸ ਐਕਸਿਸ ਵੈਲੋਸਿਟੀ ਆ ਸਾਡੇ ਕੋਲ ਜੂ ਕੋਸ ਅਲਫਾ ਐਂਡ ਅਲੋਂਗ ਵਾਈ ਐਕਸਿਸ ਸਾਡੇ ਕੋਲ ਜੋ ਵੈਲੋਸਿਟੀ ਆ ਉਹ ਆ ਜੀ ਜੂ ਸਾਈਨ ਅਲਫਾ। ਇਹ ਹੁਣ ਅਸੀਂ ਯੂਜ਼ ਕਰਾਂਗੇ ਇਨੀਸ਼ੀਅਲ ਕੰਡੀਸ਼ਨ, ਤੇ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ਹਾਂਜੀ, ਅਪਲਾਈ ਕਰ ਦਿਓ। ਸੋ ਦਿਸ ਸਟੈਪ ਨੰਬਰ ਫਸਟ, ਇਹ ਆ ਜੀ ਸਟੈਪ ਨੰਬਰ ਸੈਕਿੰਡ। ਸੋ 1 ਇੰਪਲਾਈਜ਼ dx/dt ਜੂ cos alpha is equal to C1 and second step and dy/dt ਸਾਡੇ ਕੋਲ ਕੰਡੀਸ਼ਨ 'ਚ ਕੀ ਹੈ ਜੂ ਸਾਈਨ ਅਲਫਾ is equal to t is 0 plus C2। ਸੋ C2 ਦੀ ਵੈਲਿਊ ਆ ਗਈ, ਬੜੇ ਧਿਆਨ ਨਾਲ ਸਮਝੋ, t ਸਾਡੇ ਕੋਲ 0 ਐਟ O T0, dy/dt ਸਾਡੇ ਕੋਲ ਜੂ ਸਾਈਨ ਅਲਫਾ ਐਂਡ dx/dt ਸਾਡੇ ਕੋਲ ਜੂ ਕੋਸ ਅਲਫਾ। ਸੋ 1 ਇੰਪਲਾਈਜ਼ ਐਂਡ ਇਹ ਹੋ ਗਿਆ ਸਟੈਪ ਸੈਕਿੰਡ ਸਟੈਪ ਇੰਪਲਾਈਜ਼। ਸੋ C1 ਦੀ ਵੈਲਿਊ ਆ ਗਈ ਜੂ ਕੋਸ ਅਲਫਾ, C2 ਦੀ ਵੈਲਿਊ ਆ ਗਈ ਜੂ ਸਾਈਨ ਅਲਫਾ। ਇਹਨਾਂ ਨੂੰ ਅਸੀਂ ਪੁੱਟ ਕਰ ਦਾਂਗੇ ਫਸਟ ਐਂਡ ਸੈਕਿੰਡ 'ਚ, ਪੁੱਟ ਇਨ ਫਸਟ ਐਂਡ ਇਨ ਸੈਕਿੰਡ, ਪੁੱਟ ਇਨ ਫਸਟ ਐਂਡ ਸੈਕਿੰਡ, ਇਹਨਾਂ ਨੂੰ ਅਸੀਂ ਪੁੱਟ ਕਰੀਏ ਤਾਂ ਸਾਡੇ ਕੋਲ dx/dt ਆ ਗਿਆ C1 ਇਜ਼ ਜੂ ਕੋਸ ਅਲਫਾ ਐਂਡ dy/dt ਕਿੰਨਾ ਆ ਗਿਆ dy/dt ਮਾਈਨਸ gt ਐਂਡ ਵੈਲਿਊ ਆਫ C2 ਇਜ਼ ਜੂ ਸਾਈਨ ਅਲਫਾ। ਇਹ ਸਾਡੇ ਕੋਲ ਆ ਗਈ ਵੈਲਿਊ dy/dt ਦੀ, ਬਹੁਤ ਯੂਜ਼ਫੁਲ ਹੈ ਜੀ, ਬੜੇ ਧਿਆਨ ਨਾਲ ਸਮਝਣੀ ਆ। ਇਹ ਸਾਡੀ ਐਟ P ਵੈਲੋਸਿਟੀ ਮਿਲੀ ਸਾਨੂੰ, ਐਟ P, ਬੜੇ ਧਿਆਨ ਨਾਲ ਸਮਝਣਾ। ਇਹ ਜੋ ਵੈਲੋਸਿਟੀ ਇਸ ਕੰਪੋਨੈਂਟ ਆ ਸਾਡੇ ਕੋਲ, ਇਹ ਵੈਲੋਸਿਟੀ ਕੰਪੋਨੈਂਟ ਸਾਡੇ ਕੋਲ ਜੋ ਵੀ ਆਏ ਆ ਅਲੋਂਗ ਐਕਸ ਐਂਡ ਵਾਈ ਐਕਸਿਸ, ਇਹ ਐਟ P ਪੁਆਇੰਟ ਆ, ਅਲੋਂਗ ਹੋਰੀਜ਼ੋਨਟਲ ਐਂਡ ਵਰਟੀਕਲ ਐਟ P। ਜਿਹੜਾ ਕੰਪੋਨੈਂਟ ਇੱਥੇ ਜੂ ਕੋਸ ਅਲਫਾ ਸੀ ਉਹ P ਪੁਆਇੰਟ ਤੇ ਵੀ ਜੂ ਕੋਸ ਅਲਫਾ ਹੀ ਹੈ। ਜੋ ਕੰਪੋਨੈਂਟ ਸਾਡਾ ਇਸ O ਪੁਆਇੰਟ ਤੇ ਜੂ ਸਾਈਨ ਅਲਫਾ ਸੀ ਉਹ ਹੁਣ ਹੋ ਚੁੱਕਿਆ ਜੂ ਸਾਈਨ ਅਲਫਾ ਮਾਈਨਸ GT, ਉਹ ਕੰਪੋਨੈਂਟ ਇਹ ਹੋ ਚੁੱਕਿਆ ਐਟ ਸਮ ਪੁਆਇੰਟ P ਆਫਟਰ ਟਾਈਮ T। ਉਹ ਸਾਡੇ ਕੋਲ ਇਹ ਨਿਊ ਕੰਪੋਨੈਂਟ ਆ ਗਏ ਐਟ P। ਇਹ ਯਾਦ ਰੱਖਿਓ, ਇਹ P ਪੁਆਇੰਟ ਤੇ ਸਾਡੇ ਨਵੇਂ ਕੰਪੋਨੈਂਟ ਆ। ਜਿਹੜੇ ਸਾਡੇ ਕੋਲ ਵੈਲੋਸਿਟੀ ਕੰਪੋਨੈਂਟ ਜੂ ਕੋਸ ਅਲਫਾ ਜੂ ਸਾਈਨ ਅਲਫਾ ਸੀ, ਉਹ ਹੁਣ ਸਾਡੇ ਵੈਲੋਸਿਟੀ ਦੇ ਕੰਪੋਨੈਂਟ ਆ ਗਏ ਜੂ ਕੋਸ ਅਲਫਾ ਐਂਡ ਜੂ ਸਾਈਨ ਅਲਫਾ ਮਾਈਨਸ GT। ਇੱਦਾਂ ਹੁਣ ਅਸੀਂ x ਤੇ y ਵੀ ਦੇਖਾਂਗੇ ਕਿ ਸਾਡੇ ਉੱਥੇ x ਤੇ y ਕੀ ਆਉਂਦੇ ਆ। ਇੱਥੇ x ਵੀ 0 y ਵੀ 0, ਇੱਥੇ ਐਕਸ ਵਾਈ ਕੀ ਆਉਂਦੇ ਆ, ਹੁਣ ਅਸੀਂ ਉਹ ਫਰਦਰ ਫਾਈਂਡ ਕਰਾਂਗੇ। ਉਹ ਅਸੀਂ ਕਿਵੇਂ ਫਾਈਂਡ ਕਰਾਂਗੇ ਉਹ ਵੀ ਦੇਖ ਲੈਂਦੇ ਹਾਂ। ਉਹ ਵੀ ਬਹੁਤ ਸਿੰਪਲ ਆ, ਚੈਪਟਰ ਹੀ ਸਿੰਪਲ ਆ ਜੀ। ਹਾਂਜੀ, ਫਰਦਰ ਫਿਰ ਅਸੀਂ ਇੰਟੀਗ੍ਰੇਟ ਕਰਾਂਗੇ। ਹਾਂਜੀ, ਇੰਟੀਗ੍ਰੇਟਿੰਗ ਅਗੇਨ, ਇੰਟੀਗ੍ਰੇਟਿੰਗ ਬੋਥ ਸਾਈਡ, ਫਿਰ ਅਸੀਂ ਇੰਟੀਗ੍ਰੇਟ ਕਰਾਂਗੇ। ਇਹਦਾ ਇੰਟੀਗ੍ਰੇਸ਼ਨ ਕੀ ਆਉਣਾ, x ਜੂ ਕੋਸ अल्फा इंटू टी सम न्यू कॉन्स्टेंट से C3 एंड, हाँ जी, इतों y की वैल्यू आ गई, इंटीग्रेट करोगे y माइनस जी टी स्केयर ओवर टू जू साइन अल्फा टी सम न्यू कॉन्स्टेंट से C4। हाँ जी, फिर एट O, इनिशियली एट O एट O ते की होना T0 X0
वाई 0 ये असी इनीशियल कंडीशन फिर दोबारा यूज़ कर जा रहे हैं। हाँ जी पुट करो एक्स की आ जाएगा, एक्स तो हो गया 0, ਇਹਦਾ नंबर पा दो 1 2, ये हो गया साडा नंबर 3, ये हो गया साडा नंबर 4। सो 1 implies x is 0, t is 0, c3, सो c3 की वैल्यू आ चुकी साढ़े कोल 0 एंड स्टैप नंबर 4 implies this step is 4th y is 0 is equal to t is also 0, t is also 0 plus c4 which implies सो c4 की वैल्यू मैनू मिल चुकी 0, c3 की वैल्यू भी मिल चुकी 0। सो पुट कर दो थर्ड तो फोर्थ दे विच पुट इन इक्वेशन नंबर 3 एंड 4। सो साढ़े को एक्स कितना आ गया, एक्स आ गया साढ़े को c3 इज़ 0, सो एक्स आ गया जो कॉस अल्फा इंटू टी। इत्थे देखो वाई की आ गया एंड वाई आ गया जी साढ़े कोल माइनस जी टी स्केयर ओवर 2 प्लस जू साइन अल्फा इंटू टी। ये साढ़े को कंपोनेंट आ चुके, जो एक्स आ गया जू कॉस अल्फा टी, वाई आ गया जू साइन अल्फा टी, जू साइन अल्फा टी माइनस हाफ जी टी स्क्वेयर। ये साढ़े कोल वाई की वैल्यू आ चुकी, ये साड़ी आ चुकी एक्स की वैल्यू। इनू असी कहने इक्वेशन ऑफ पाथ, इक्वेशन ऑफ पाथ कहने जी जो असी एक्स तो वाई नूं कट्ठे ले लीए इनू असी कहने इक्वेशन ऑफ पाथ। इक्वेशन ऑफ पाथ कहांगे जी इनू, मैनूं लगदा नीचे आ नहीं रहा, हाँ जी इक्वेशन ऑफ पाथ कहने जी असी इनू असी एक सिंगल इक्वेशन दे विच भी लिख सकते हैं। वो किवें सिंपलीफाई करांगे, नवे नंबर दे दो इन्हों, इक्वेशन नंबर 5 हो जाएगा, ये हो जाएगा इक्वेशन नंबर 6। जे मैं इत्थों टी कैलकुलेट करा, इत्थों इस स्टैप तो फाइंड कर ला तो मैं 6 नंबर इक्वेशन च पुट करदा सबस्टिट्यूट करदा तो वो साढ़े को आ जाएगी इक्वेशन ऑफ पाथ। ये भी वैसे इक्वेशन ऑफ पाथ ही है, वो नवी इक्वेशन ऑफ पाथ हो जाएगी। सो एलिमीनेट कर रहे हैं जी टी, एलिमीनेट कर रहे हैं टी वो किवें फ्रॉम इक्वेशन नंबर 5 उतों टी की वैल्यू कितनी आ जाएगी, टी कैलकुलेट कर लो एक्स ओवर जू कॉस अल्फा, एक्स ओवर जू कॉस अल्फा, ये आ गया जी टी। इनू पुट कर दो इक्वेशन नंबर 6 विच पुट करो तो की आ जाएगा, 6 विच पुट कर दे जू साइन अल्फा इंटू टी। वट इज़ टी, टी इज़ एक्स ओवर जू कॉस अल्फा, टी की वैल्यू पुट करती जू कॉस अल्फा माइनस हाफ जी टी स्क्वेयर एक्स स्क्वेयर ओवर जू स्क्वेयर कॉस स्क्वेयर अल्फा। इस तरीके से वैल्यू पुट कर देती, हाफ जी टी स्क्वेयर। थोड़ा सिंपलीफाई कर लो, सिंपलीफाई करोगे तो की आ गया, जू कैंसल आउट हो गया, साइन ओवर कॉस टैन होंदा एक्स टैन अल्फा माइनस हाफ जू स्क्वेयर, हाफ जू स्क्वेयर, चाहे इस तरीके लिख लो एक्स स्क्वेयर अपॉन जी एक्स स्क्वेयर ओवर 2 जू स्क्वेयर कॉस स्क्वेयर अल्फा विच इज़ इक्वेशन ऑफ पाथ, विच इज़ इक्वेशन ऑफ पाथ। पाथ कह लो चाहे ट्रैजेक्टरी कह लो, मीनिंग सेम ही आ। विच इज़ इक्वेशन ऑफ पाथ, चाहे पाथ कह लो चाहे ट्रैजेक्टरी कह लो, मीनिंग सेम है। हुण ये तुसीं याद रखनी है इक्वेशन ऑफ पाथ, वाई एक्स टैन अल्फा माइनस जी एक्स स्केयर ओवर 2 जू स्केयर कॉस स्केयर अल्फा, ये आ जी इक्वेशन ऑफ पाथ।
ਇਹ ਹੁਣ ਮੈਂ ਅਗਲੇ ਸਟੈਪ 'ਚ ਇਹ ਸ਼ੋਅ ਕਰਨਾ ਕਿ ਇਹ ਇੱਕ ਪੈਰਾਬੋਲਿਕ ਸ਼ੇਪ ਆ, ਪੈਰਾਬੋਲਿਕ ਪਾਥ ਆ, ਉਹ ਅਸੀਂ ਹੁਣ ਸ਼ੋਅ ਕਰਾਂਗੇ ਆਪਣੇ ਅਗਲੇ ਸਟੈਪ ਦੇ ਅੰਦਰ। ਹੁਣ ਮੈਂ ਰਫ ਕਰਕੇ ਦੇਖੋ ਕੀ ਹੈ, ਮੈਂ ਇੱਕ ਕੁਆਡਰੈਟਿਕ ਇਕੁਏਸ਼ਨ ਬਣਾ ਲੈਣੀ ਆ, ਪਰਫੈਕਟ ਸਕੁਏਅਰ ਬਣਾਵਾਂਗਾ, ਉੱਥੋਂ ਮੈਂ ਇਹ ਸ਼ੋਅ ਕਰ ਦੂੰਗਾ ਕਿ ਇਹ ਇੱਕ ਪੈਰਾਬੋਲਿਕ ਸ਼ੇਪ ਆ, ਇਹਦਾ ਵਰਟੈਕਸ ਕਿੰਨਾ, ਇਹਦਾ ਫੋਕਸ ਕਿੰਨਾ, ਉਹ ਅਸੀਂ ਸਾਰਾ ਕੁਝ ਅਗਲੇ ਸਟੈਪ 'ਚ ਫਾਈਂਡ ਕਰਾਂਗੇ। ਮੈਂ ਫਿਰ ਰਿਪੀਟ ਕਰਦਾ, ਇਹ ਮੇਰੀ ਵੈਲੋਸਿਟੀ ਕੰਪੋਨੈਂਟ ਆਏ ਸੀ ਇਸ ਪੀ ਪੁਆਇੰਟ ਤੇ, ਪੀ ਪੁਆਇੰਟ ਤੇ ਵੈਲੋਸਿਟੀ ਕੰਪੋਨੈਂਟ ਕੀ ਆ, ਫਿਰ ਅਸੀਂ ਇੱਥੇ ਐਕਸ ਤੇ ਵਾਈ ਫਾਈਂਡ ਕੀਤੇ। ਐਟ ਪੁਆਇੰਟ ਪੀ ਐਕਸ ਤੇ ਵਾਈ ਕੰਪੋਨੈਂਟ ਕਿੰਨਾ, ਕਹਿਣ ਦਾ ਮੀਨਿੰਗ ਆ ਉਹ ਤੋਂ ਆਹ ਵਾਲਾ ਡਿਸਟੈਂਸ ਕਿੰਨਾ, ਉਹ ਤੋਂ ਇਹ ਵਾਲਾ ਡਿਸਟੈਂਸ ਕਿੰਨਾ, ਉਹ ਅਸੀਂ ਕੈਲਕੂਲੇਟ ਕਰ ਲਏ। ਐਕਸ ਹੈ ਜੂ ਕੋਸ ਅਲਫਾ ਟੀ ਤੇ ਵਾਈ ਕਿੰਨਾ ਜੂ ਸਾਈਨ ਅਲਫਾ ਟੀ ਮਾਈਨਸ ਹਾਫ ਜੀ ਟੀ ਸਕੁਏਅਰ। ਉੱਥੋਂ ਅਸੀਂ ਇੱਕ ਇਕੁਏਸ਼ਨ 'ਚੋਂ ਟੀ ਫਾਈਂਡ ਕਰਕੇ ਦੂਜੀ 'ਚ ਪੁੱਟ ਕੀਤਾ ਤਾਂ ਮੇਰੇ ਕੋਲ ਇਕੁਏਸ਼ਨ ਆਫ ਪਾਥ ਆ ਗਈ। ਇਹ ਵੀ ਇਕੁਏਸ਼ਨ ਆਫ ਪਾਥ ਆ। ਇਹਨਾਂ ਦੋਵਾਂ ਸਟੈਪ ਨੂੰ ਵੀ ਅਸੀਂ ਇਕੁਏਸ਼ਨ ਆਫ ਪਾਥ ਹੀ ਕਹਿੰਦੇ। ਕਈ ਥਾਵਾਂ 'ਤੇ ਅਸੀਂ ਇਹ ਇਕੁਏਸ਼ਨ ਨੰਬਰ 5 ਤੇ 6 ਚੂਜ਼ ਕਰਾਂਗੇ, ਕਿਸੇ ਕੁਐਸਚਨ 'ਚ ਅਸੀਂ ਇਕੁਏਸ਼ਨ ਆਫ ਪਾਥ ਦੀ ਜਾਂ ਇਕੁਏਸ਼ਨ ਨੰਬਰ 7th ਵੀ ਚੂਜ਼ ਕਰਾਂਗੇ। ਨੈਕਸਟ ਰਫ ਕਰਕੇ ਅਸੀਂ ਹੁਣ ਅੱਗੇ ਚੱਲਦੇ ਹਾਂ। ਹਾਂਜੀ, ਹੁਣ ਇਸ ਇਕੁਏਸ਼ਨ ਆਫ ਪਾਥ ਨੂੰ ਅਸੀਂ ਇਹ ਸ਼ੋਅ ਕਰਨਾ ਕਿ ਇਹ ਇੱਕ ਪੈਰਾਬੋਲਿਕ ਸ਼ੇਪ ਆ, ਇਹ ਪੈਰਾਬੋਲਾ ਦੀ ਇਕੁਏਸ਼ਨ ਹੈ, ਉਹ ਅਸੀਂ ਸ਼ੋਅ ਕਰਾਂਗੇ। ਉਹ ਕਿਸ ਤਰੀਕੇ ਸ਼ੋਅ ਕਰਨਾ, ਅਸੀਂ ਐਕਸ ਵਿੱਚ ਕੁਆਡਰੈਟਿਕ ਬਣਾਵਾਂਗੇ। ਕੀ ਕਰਾਂਗੇ, 2 ਜੂ ਸਕੁਏਅਰ ਕੋਸ ਸਕੁਏਅਰ ਅਲਫਾ ਦੇ ਨਾਲ ਮਲਟੀਪਲਾਈ ਕਰਾਂਗੇ, ਜੀ ਦੇ ਨਾਲ ਡਿਵਾਈਡ ਕਰਾਂਗੇ। ਠੀਕ ਹੈ ਜੀ, ਉਹ ਅਸੀਂ ਹੁਣ ਕੰਮ ਕਰਨ ਜਾ ਰਹੇ ਹਾਂ। ਇਹ ਕਹਿ ਲਓ ਮਲਟੀਪਲਾਈ ਅਸੀਂ ਕਰਾਂਗੇ, ਅਸੀਂ ਮਲਟੀਪਲਾਈ ਬਾਏ -2 ਜੂ ਸਕੁਏਅਰ ਕੋਸ ਸਕੁਏਅਰ ਅਲਫਾ ਓਵਰ 2 ਦੇ ਨਾਲ ਓਵਰ ਜੀ ਦੇ ਨਾਲ ਕਹਿਣ ਦਾ ਮੀਨਿੰਗ ਹੈ ਜੀ ਦੇ ਨਾਲ ਡਿਵਾਈਡ ਕਰਾਂਗੇ, 2 ਜੂ ਸਕੁਏਅਰ ਕੋਸ ਸਕੁਏਅਰ ਅਲਫਾ ਦੇ ਨਾਲ ਮਲਟੀਪਲਾਈ ਕਰਾਂਗੇ। ਚਲੋ ਕਰੀਏ ਤਾਂ ਕੀ ਆ ਜਾਏਗਾ, -2 ਜੂ ਸਕੁਏਅਰ ਕੋਸ ਸਕੁਏਅਰ ਅਲਫਾ ਓਵਰ ਜੀ ਇੰਟੂ ਵਾਈ। ਹਾਂਜੀ, ਇੱਥੇ ਵੀ ਕਰਾਂਗੇ ਐਕਸ ਟੈਨ ਅਲਫਾ, 2 ਜੂ ਸਕੁਏਅਰ ਕੋਸ ਸਕੁਏਅਰ ਅਲਫਾ ਅਪੋਨ ਜੀ ਇੰਟੂ ਐਕਸ ਟੈਨ ਅਲਫਾ। ਟੈਨ ਅਲਫਾ ਨੂੰ ਅਸੀਂ ਲਿਖ ਲਾਂਗੇ ਸਾਈਨ ਓਵਰ ਕੋਸ ਇੰਟੂ ਐਕਸ। ਮਾਈਨਸ ਨਾਲ ਅਸੀਂ ਡਿਵਾਈਡ ਕੀਤਾ, ਮਾਈਨਸ ਆ ਗਿਆ, ਇੱਥੇ ਹੋ ਜਾਏਗਾ ਪਲੱਸ, ਇੱਥੇ ਸਿਰਫ ਬਚ ਜਾਣਾ ਤੁਹਾਡੇ ਕੋਲ ਕੈਂਸਲ ਹੋਣ ਤੋਂ ਬਾਅਦ ਐਕਸ ਸਕੁਏਅਰ। ਕੋਸ ਅਲਫਾ ਦੇ ਨਾਲ ਇਹ ਕੋਸ ਅਲਫਾ ਕੈਂਸਲ ਹੋ ਜਾਏਗਾ, ਤਾਂ ਤੁਹਾਡੇ ਕੋਲ ਆ ਜਾਏਗਾ ਐਕਸ ਸਕੁਏਅਰ ਮਾਈਨਸ 2 ਜੂ ਸਕੁਏਅਰ ਸਾਈਨ ਅਲਫਾ ਕੋਸ ਅਲਫਾ, ਚਾਹੇ ਕੋਸ ਅਲਫਾ ਇੰਟੂ ਸਾਈਨ ਅਲਫਾ ਕਰ ਲਓ, ਓਵਰ ਜੀ इंटू एक्स इज़ इक्वल टू -2 जू स्केयर कॉस स्केयर अल्फा ओवर जी इंटू वाई। ये आ गया साढ़े को स्टैप। पहले एक्स स्केयर लिख लिया, फिर एक्स का कोफिशेंट लिख लिया, -2 जू स्केयर कॉस अल्फा इंटू साइन अल्फा ओवर जी। हुण असीं परफेक्ट स्केयर बनावांगे, एक्स स्केयर -2 जू स्केयर कॉस अल्फा इंटू साइन अल्फा ओवर जी इंटू एक्स का जो भी कोफिशेंट आ वह हाफ करो, वह स्केयर ऐड कर दो, जू 4 कॉस स्केयर अल्फा इंटू साइन स्केयर अल्फा ओवर जी स्केयर। इधर भी ऐड कर दो, दूजी साइड पर भी ऐड कर दो, जो भी जू एक्स का कोफिशेंट सी वह हाफ द स्केयर इधर भी ऐड कर दो, दूजी साइड पर भी ऐड कर दो, तो की आ जाएगा जू 4 कॉस स्केयर अल्फा साइन स्केयर अल्फा ओवर जी स्केयर -2 जू स्केयर कॉस स्केयर अल्फा ओवर जी इंटू वाई। इस स्टैप पर असीं बड़े ईजीली पहुँच जावांगे। तो की देखोगे, ए एक्स माइनस जू स्केयर कॉस अल्फा इंटू साइन अल्फा ओवर जी
ਹੋਲ ਸਕੇਅਰ ਤੁਹਾਨੂੰ ਮਿਲ ਜਾਏਗਾ। ਖੋਲ ਕੇ ਦੇਖ ਲਓ, ਏ ਸਕੇਅਰ ਪਲੱਸ ਬੀ ਸਕੇਅਰ ਮਾਈਨਸ 2ab ਬਿਲਕੁਲ ਓਕੇ ਹੈ ਜੀ। ਇਸੇ ਤਰੀਕੇ ਤੁਸੀਂ ਇੱਧਰ ਦੇਖੋ ਕਿ ਕੁਛ ਟਰਮਾਂ ਕਾਮਨ ਆ ਰਹੀਆਂ। ਕੀ ਕਾਮਨ ਆ ਰਿਹਾ? ਇੱਕ ਤਾਂ ਜੂ ਸਕੇਅਰ ਕਾਮਨ ਆ ਰਿਹਾ, ਮਾਈਨਸ ਵੀ ਕਾਮਨ ਕਰ ਲਓ, ਇੱਕ ਜੂ ਸਕੇਅਰ ਕਾਮਨ ਕਰ ਲਓ, ਇੱਕ ਤੁਸੀਂ ਕਾਮਨ ਕਰ ਲਓ ਕੋਸ ਸਕੇਅਰ ਅਲਫਾ, ਕੋਸ ਸਕੇਅਰ ਅਲਫਾ ਓਵਰ ਜੀ, ਇਹ ਸਾਰੇ ਕਾਮਨ ਕਰ ਲੈਣਾ। ਜੋ ਵੀ ਵਾਈ ਦਾ ਕੋਫੀਸ਼ੀਐਂਟ ਆ ਉਹ ਸਾਰਾ ਹੀ ਕਾਮਨ ਕਰ ਲਓ ਤਾਂ ਕੀ ਦੇਖੋਗੇ ਵਾਈ ਮਾਈਨਸ ਜੂ ਸਕੇਅਰ ਬਚੇਗਾ, ਇੱਥੇ ਇੱਕ ਸਾਈਨ ਸਕੇਅਰ ਅਲਫਾ ਬਚੇਗਾ ਓਵਰ ਇੱਕ ਜੀ ਬਚੇਗਾ। ਇਹ ਤੁਹਾਡੇ ਕੋਲ ਦੋ ਟਰਮਾਂ ਬਚਣਗੀਆਂ। ਬਿਲਕੁਲ ਸਹੀ ਬਚਿਆ ਜੀ। ਜੂ ਮਾਈਨਸ ਜੂ ਸਕੇਅਰ ਸਾਈਨ ਸਕੇਅਰ ਅਲਫਾ ਓਵਰ 2 ਹਾਂਜੀ 2 ਵੀ ਇਸ 'ਤੇ ਕਾਮਨ ਕਰਨਾ ਸੀ ਅਸੀਂ। ਜਦੋਂ 2 ਕਾਮਨ ਕੀਤਾ ਤਾਂ ਇੱਥੇ ਓਵਰ 'ਚ ਵੀ 2 ਆ ਜਾਏਗਾ ਸਾਡੇ ਕੋਲ। ਇਹ ਸਾਡੇ ਕੋਲ ਵਿਚ ਇਜ਼ ਇਕੁਏਸ਼ਨ ਆਫ ਪੈਰਾਬੋਲਾ। ਇਹ ਕੀ ਆ? ਵਿਚ ਇਜ਼ ਇਕੁਏਸ਼ਨ ਆਫ ਪੈਰਾਬੋਲਾ। ਤੁਸੀਂ ਜੇ ਓਰੀਜਨ ਨੂੰ ਸ਼ਿਫਟ ਕਰ ਦਿਓ ਕਿਸੇ ਪੁਆਇੰਟ 'ਤੇ ਤਾਂ ਇਹ ਇੱਕ ਪੈਰਾਬੋਲਿਕ ਸ਼ੇਪ ਆ ਜਾਏਗੀ ਤੁਹਾਡੇ ਕੋਲ। ਕਿਸ ਟਾਈਪ ਦੀ ਇਹ ਸ਼ੇਪ ਬਣੀ ਤੁਹਾਡੇ ਕੋਲ? ਇਹ ਇਸ ਟਾਈਪ ਦੀ ਕੋਈ ਸ਼ੇਪ ਬਣੀ, x ਮਾਈਨਸ h ਸਕੁਏਅਰ ਮਾਈਨਸ l y ਮਾਈਨਸ k, ਇਸ ਟਾਈਪ ਦੀ ਸਾਡੇ ਕੋਲ ਕੋਈ ਸ਼ੇਪ ਬਣੀ। ਇਹ ਪੈਰਾਬੋਲਿਕ ਸ਼ੇਪ ਹੁੰਦੀ। ਜੇ ਤੁਸੀਂ ਸ਼ਿਫਟ ਕਰੋ, ਓਰੀਜਨ ਸ਼ਿਫਟ ਕਰ ਦਿਓ ਐਚ ਕੇ 'ਤੇ, ਜੇ ਤੁਸੀਂ ਸ਼ਿਫਟ ਕਰ ਦਿਓ ਤਾਂ ਤੁਹਾਡੇ ਕੋਲ ਇਸ ਟਾਈਪ ਦੀ ਕੋਈ ਇਹ ਇਕੁਏਸ਼ਨ ਬਣ ਜਾਣੀ ਐਕਸ ਸਕੁਏਅਰ, ਜਿੱਦਾਂ ਅਸੀਂ ਕਹਿੰਦੇ ਹੁੰਦੇ ਆ -4a x ਅਤੇ ਇੱਥੇ y। ਇਸ ਤਰੀਕੇ ਦੀ ਕੋਈ ਸ਼ੇਪ ਬਣ ਗਈ ਤੁਹਾਡੇ ਕੋਲ। ਸਪੋਜ਼ ਕਰੋ ਇਸ ਟਾਈਪ ਦਾ ਸਾਡੇ ਕੋਲ ਇਹ ਪੈਰਾਬੋਲਾ ਬਣਿਆ, ਇਸ ਟਾਈਪ ਦਾ ਸਾਡੇ ਕੋਲ ਕੋਈ ਇਹ ਪੈਰਾਬੋਲਾ ਬਣਿਆ। ਇਹ ਸੀ ਸਾਡਾ ਇਹ ਪਾਥ। ਹੁਣ ਅਸੀਂ ਕੁਛ ਰਿਜ਼ਲਟ ਲਿਖਾਂਗੇ ਇਸ ਆਰਟੀਕਲ ਦੇ ਨਾਲ ਰਿਲੇਟਡ। ਇਸ ਆਰਟੀਕਲ ਦੇ ਨਾਲ ਰਿਲੇਟਡ ਕੁਛ ਅਸੀਂ ਹੁਣ ਰਿਜ਼ਲਟ ਲਿਖਾਂਗੇ। ਹਾਂਜੀ, ਇਹ ਕੁਛ ਰਿਜ਼ਲਟ ਜੋ ਅਸੀਂ ਹੁਣ ਕੁਐਸਚਨ ਸੋਲਵ ਕਰਾਂਗੇ ਤਾਂ ਚੂਜ਼ ਹੋਣਗੇ, ਉਹ ਬੜੇ ਧਿਆਨ ਦੇ ਨਾਲ ਦੇਖ ਲਓ। ਹੁਣੇ ਪੜ੍ਹ ਕੇ ਆਏ ਆ ਕਿ ਐਟ ਪੁਆਇੰਟ ਆਫਟਰ ਟਾਈਮ ਟੀ ਐਟ ਪੁਆਇੰਟ ਪੀ ਵੈਲੋਸਿਟੀ ਕਿੰਨੀ ਹੋ ਜਾਂਦੀ ਹੈ? ਹੌਰੀਜ਼ੌਂਟਲ ਵੈਲੋਸਿਟੀ ਜੂ ਕੋਸ ਅਲਫਾ, ਵਰਟੀਕਲ ਵੈਲੋਸਿਟੀ ਜੂ ਸਾਈਨ ਅਲਫਾ ਮਾਈਨਸ ਜੀ ਟੀ। ਡਿਸਟੈਂਸ ਕਿੰਨਾ ਹੋ ਜਾਂਦਾ ਪੀ ਪੁਆਇੰਟ ਦਾ ਫਰੋਮ ਓਰੀਜਨ? x ਜੂ ਕੋਸ ਅਲਫਾ ਟੀ, y ਜੂ ਸਾਈਨ ਅਲਫਾ ਟੀ ਮਾਈਨਸ ਹਾਫ ਜੀ ਟੀ ਸਕੇਅਰ। ਇਕੁਏਸ਼ਨ ਆਫ ਪਾਥ, ਇਹ ਹੈ ਸਾਡੀ ਇਕੁਏਸ਼ਨ ਆਫ ਪਾਥ, ਬਹੁਤ ਇੰਪੋਰਟੈਂਟ ਆ। ਚਾਹੇ ਕਹਿ ਲਓ ਇਕੁਏਸ਼ਨ ਆਫ ਟ੍ਰੈਜੈਕਟਰੀ, ਇਹ ਵੀ ਤਾਂ ਇਕੁਏਸ਼ਨ ਆਫ ਪਾਥ ਹੀ ਆ ਨਾ। ਇਹਨਾਂ ਦੋਵਾਂ ਨੂੰ ਵੀ ਇਕੱਠਾ ਜੇ ਲਿਖੋਗੇ ਇਹ ਵੀ ਇਕੁਏਸ਼ਨ ਆਫ ਪਾਥ ਆ। ਇਸੇ ਦੋਵਾਂ ਇਕੁਏਸ਼ਨ ਤੋਂ ਹੀ ਅਸੀਂ ਇਹ ਫਾਈਂਡ ਕੀਤੀ, ਟੀ ਕੈਲਕੂਲੇਟ ਕਰਕੇ ਇੱਥੇ ਪੁੱਟ ਕੀਤਾ ਤਾਂ ਉਹ ਬਣ ਗਈ। ਉਸ ਤੋਂ ਬਾਅਦ ਟਾਈਮ ਆਫ ਫਲਾਈਟ ਦਾ ਫਾਰਮੂਲਾ ਕੀ ਹੈ? ਇਹ ਆਰਟੀਕਲ ਨੈਕਸਟ ਆ, ਉਹ ਮੈਂ ਕਰਵਾਇਆ ਨਹੀਂ, ਜਸਟ ਫਾਰਮੂਲੇ ਯਾਦ ਕਰਾਂਗੇ। ਟਾਈਮ ਆਫ ਫਲਾਈਟ ਦਾ ਫਾਰਮੂਲਾ 2 ਜੂ ਸਾਈਨ ਅਲਫਾ ਓਵਰ ਜੀ। ਹੌਰੀਜ਼ੌਂਟਲ ਰੇਂਜ ਦਾ ਫਾਰਮੂਲਾ ਜੂ ਸਕੇਅਰ ਓਵਰ ਜੀ ਸਾਈਨ 2 ਅਲਫਾ। ਹੌਰੀਜ਼ੌਂਟਲ ਰੇਂਜ ਇਹ ਪਾਰਟੀਕਲ ਪ੍ਰੋਜੈਕਟ ਕੀਤਾ, ਆ ਸਾਡੀ ਹੌਰੀਜ਼ੌਂਟਲ ਰੇਂਜ ਆ ਇਹ ਵਾਲੀ। ਟਾਈਮ ਕਿੰਨਾ ਲੱਗਿਆ ਇੱਥੋਂ ਇੱਥੇ ਜਾਣ ਨੂੰ, ਉਹਨੂੰ ਅਸੀਂ ਕਹਿੰਦੇ ਹਾਂ ਟਾਈਮ ਆਫ ਫਲਾਈਟ। ਇਹ ਸਾਡੀ ਹੌਰੀਜ਼ੌਂਟਲ ਰੇਂਜ ਆ। ਇੱਕ ਹੁੰਦੀ ਹੈ ਮੈਕਸੀਮਮ ਰੇਂਜ। ਮੈਕਸੀਮਮ ਰੇਂਜ ਇੱਥੋਂ ਹੀ ਬਣਨੀ ਹੈ। ਮੈਕਸੀਮਮ ਰੇਂਜ ਬਣਾਉਣੀ ਹੈ ਤਾਂ ਕੀ ਕਰੋਗੇ? ਸਾਈਨ 2 ਅਲਫਾ ਦੀ ਮੈਕਸੀਮਮ ਵੈਲਿਊ ਕਿੰਨੀ ਹੁੰਦੀ ਹੈ? ਸਾਈਨ 2 ਅਲਫਾ ਦੀ ਮੈਕਸੀਮਮ ਵੈਲਿਊ ਹੁੰਦੀ 1। ਸੋ ਇੱਥੇ 1 ਪੁੱਟ ਕਰ ਦਿਓ। ਸੋ ਜੂ ਸਕੇਅਰ ਓਵਰ ਜੀ। ਸੋ ਮੈਕਸੀਮਮ ਰੇਂਜ ਹੋਣੀ ਹੈ ਜੂ ਸਕੇਅਰ ਓਵਰ ਜੀ ਵੈਨ ਸਾਈਨ 2 ਅਲਫਾ ਇਜ਼ 1। ਜੇ ਸਾਈਨ 2 ਅਲਫਾ 1 ਆ ਤਾਂ ਤੁਸੀਂ ਉਹਨੂੰ ਕਹਿ ਦੋਗੇ ਸਾਈਨ 90 ਕਹਿ ਦੋਗੇ, ਜਿਹਨੂੰ ਅਸੀਂ ਪਾਈ ਓਵਰ 2 ਕਹਿ ਦਿੰਦੇ ਹਾਂ। ਪਾਈ ਓਵਰ 2 ਸਾਈਨ 90 1, ਸਾਈਨ ਕੈਂਸਲ ਆਊਟ ਹੋ ਗਿਆ। ਸੋ 2 ਅਲਫਾ ਆ ਗਿਆ ਪਾਈ ਓਵਰ 2। ਸੋ 2 ਦੇ ਨਾਲ ਡਿਵਾਈਡ ਕਰ ਦਿਓ। ਸੋ ਅਲਫਾ ਆ ਗਿਆ ਪਾਈ ਬਾਏ 4। ਸੋ ਮੈਕਸੀਮਮ ਰੇਂਜ ਕਦੋਂ ਹੋਣੀ ਆ? ਮੈਕਸੀਮਮ ਰੇਂਜ ਕਦੋਂ ਹੋਣੀ ਆ? ਜਦੋਂ ਅਲਫਾ ਨੂੰ ਪਾਈ ਬਾਏ 4 ਲਓਗੇ ਤਾਂ ਮੈਕਸੀਮਮ ਰੇਂਜ ਹੋਣੀ ਕਿੰਨੀ ਆ? ਜੂ ਓਵਰ ਜੀ। ਕਹਿਣ ਦਾ ਮੀਨਿੰਗ ਆ, ਤੁਸੀਂ ਜੇ ਇੱਕ ਕ੍ਰਿਕਟਰ ਆ, ਤੁਸੀਂ ਕ੍ਰਿਕਟ ਖੇਡਦੇ ਆ, ਦੇਖਦੇ ਤਾਂ ਹੋਵੋਗੇ ਹੀ। ਹੁਣ ਤੁਸੀਂ ਕਿੰਨੇ ਐਂਗਲ 'ਤੇ ਬੋਲ ਥਰੋ ਕਰੋ ਕਿ ਉਹ ਮੈਕਸੀਮਮ ਦੂਰੀ ਕਵਰ ਕਰੇ, ਮੈਕਸੀਮਮ ਰੇਂਜ ਆ ਜਾਵੇ, ਮੈਕਸੀਮਮ ਦੂਰੀ ਕਵਰ ਕਰੇ। ਜੇ ਤੁਸੀਂ ਸਿਕਸਰ ਲਗਾਉਣਾ, ਮੈਂ ਸ਼ਾਟ ਜਿਹੜਾ ਭਰਨਾ ਉਹ ਕਿੰਨੇ ਐਂਗਲ 'ਤੇ ਪੁੱਟ ਕਰਾਂ,
ਕਿੰਨੇ ਐਂਗਲ ਤੇ ਉਹ ਮੈਂ ਸ਼ਾਟ ਭਰਾਂ ਕਿ ਉਹ ਮੈਕਸਿਮਮ ਡਿਸਟੈਂਸ ਕਵਰ ਕਰੇ, ਉਹ ਤੁਹਾਨੂੰ ਅਲਫਾ π/4 ਲੈਣਾ ਪੈਣਾ। ਦੇਖੋ ਨਾ, ਜੇ π/4 ਲਓਗੇ ਤਾਂ ਕੀ ਹੋਣਾ, ਠੀਕ ਹੈ ਨਾ, π/4 ਆ ਐਂਗਲ π/4 ਆ, ਇਹ ਐਂਗਲ π/4 ਆ। ਜੇ ਤੁਸੀਂ ਜ਼ਿਆਦਾ ਐਂਗਲ ਕਰ ਦੋਗੇ, ਮੰਨ ਲਓ ਤੁਸੀਂ ਐਂਗਲ ਆਹ ਵਾਲਾ ਲੈ ਰਹੇ ਆ, ਐਦਾਂ ਬੋਲ ਪ੍ਰੋਜੈਕਟ ਕਰਦੇ ਆ, ਉਹ ਹਾਈਟ ਜ਼ਿਆਦਾ ਲੈ ਲਏਗਾ, ਹਾਈਟ ਜ਼ਿਆਦਾ ਚੱਲ ਜਾਏਗੀ, ਇੱਥੇ ਕੀ ਕੈਚ ਆਊਟ ਹੋ ਜਾਣਾ ਉਹਨੇ। ਜਿੰਨਾ ਐਂਗਲ ਜ਼ਿਆਦਾ ਲਓਗੇ ਨਾ, ਉਨਾ ਹੀ ਬੋਲ ਉੱਪਰ ਜ਼ਿਆਦਾ ਜਾਏਗੀ ਅਤੇ ਨੀਚੇ ਨੇੜੇ ਹੀ ਡਿੱਗ ਜਾਏਗੀ ਕਿਤੇ। ਇੱਦਾਂ ਹੀ ਜੇ ਤੁਸੀਂ ਐਂਗਲ ਘੱਟ ਲਓਗੇ ਤਾਂ ਉਹ ਵੀ ਕੀ ਹੋਣਾ, ਬੋਲ ਨੇੜੇ ਰਹਿ ਜਾਣੀ ਕਿਤੇ, ਬਹੁਤ ਜ਼ਿਆਦਾ ਡਿਸਟੈਂਸ ਕਵਰ ਨਹੀਂ ਕਰੇਗੀ। ਅਤੇ ਮੈਕਸੀਮਮ ਰੇਂਜ ਕਦੋਂ ਆਉਣੀ ਹੈ, ਜੇ ਤਾਂ ਅਲਫਾ ਤੁਸੀਂ π/4 ਲਓਗੇ, ਫਿਰ ਮੈਕਸੀਮਮ ਰੇਂਜ ਆਏਗੀ, ਫਿਰ ਮੈਕਸੀਮਮ ਦੂਰੀ ਤੈਅ ਕਰੇਗਾ ਉਹ ਪਾਰਟੀਕਲ, ਤਾਂ ਲੱਗ ਜਾਏਗਾ 6 ਅਲਫਾ π/4 ਲੈਣਾ। ਤਾਂ ਮੈਕਸੀਮਮ ਰੇਂਜ ਹੋਣੀ ਕਿੰਨੀ ਆ, ਜਿੰਨੀ ਤੁਹਾਡੀ ਇਨੀਸ਼ੀਅਲ ਵੈਲੋਸਿਟੀ ਹੋਏਗੀ, ਜਿੰਨੀ ਤੁਸੀਂ ਉਹ ਇਨੀਸ਼ੀਅਲ ਵੈਲੋਸਿਟੀ ਦੇ ਨਾਲ ਉਹ ਪਾਰਟੀਕਲ ਨੂੰ ਥਰੋ ਕਰਨਾ, ਉਹਦਾ ਸਕੁਏਅਰ ਓਵਰ ਜੀ, ਇੰਨੀ ਦੂਰੀ ਉਹ ਤੈਅ ਕਰੇਗਾ ਉਹ ਪਾਰਟੀਕਲ। ਐਂਗਲ ਲੈਣਾ ਅਸੀਂ π/4, ਕਹਿਣ ਦਾ ਮੀਨਿੰਗ ਆ 45 ਡਿਗਰੀ। ਹਾਂਜੀ, ਮੈਕਸੀਮਮ ਹਾਈਟ ਕਿੰਨੀ ਕਵਰ ਕਰੂਗਾ ਪਾਰਟੀਕਲ, ਉਹ ਸਾਈਨ ਸਕੁਏਅਰ ਅਲਫਾ ਓਵਰ 2g। ਹਾਈਟ ਆਫ ਡਾਇਰੈਕਟ੍ਰਿਕਸ ਕਿੰਨੀ ਹੁੰਦੀ ਆ, ਜੂ ਸਕੁਏਅਰ ਓਵਰ 2g। ਵਰਟੈਕਸ ਕਿੰਨਾ ਹੁੰਦਾ, ਇਹਦੇ ਵਿੱਚ ਰੇਂਜ ਦਾ ਹਾਫ ਆ, ਰੇਂਜ ਆਹ ਵਾਲੀ ਸੀ ਸਾਡੀ, ਉਹਨੂੰ ਜੇ 2 ਨਾਲ ਡਿਵਾਈਡ ਕਰ ਦਈਏ ਉਹ ਐਕਸ ਕੰਪੋਨੈਂਟ, ਵਾਈ ਕੰਪੋਨੈਂਟ 'ਚ ਸਾਡੀ ਹਾਈਟ ਆ, ਆਹ ਵਾਲੀ ਜਿਹੜੀ ਇਹ ਕੰਪੋਨੈਂਟ ਸਾਡਾ। ਜਦੋਂ ਵੀ ਅਸੀਂ ਵਰਟੈਕਸ ਲਿਖਦੇ ਹਾਂ, ਵਰਟੈਕਸ ਵਿੱਚ ਕੀ ਆ, ਇਹ ਹਾਈਟ, ਆਹ ਵਾਲਾ ਕੰਪੋਨੈਂਟ ਹਾਈਟ ਵਾਲਾ, ਜੋ ਰੇਂਜ ਆ ਉਹਦਾ ਹਾਫ, ਇਹ ਸਾਡਾ ਵਰਟੈਕਸ, ਇਹ ਫੋਕਸ। ਇਹ ਸਾਰੇ ਤੁਸੀਂ ਇਹ ਰਿਜ਼ਲਟ ਯਾਦ ਰੱਖਣੇ ਆ, ਇਹ ਸਾਰੇ ਜਿਹੜੇ ਰਿਜ਼ਲਟ ਹੁਣ ਅਸੀਂ ਐਕਸਰਸਾਈਜ਼ ਸਟਾਰਟ ਕਰਦੇ ਹਾਂ ਉੱਥੇ ਸਾਰੇ ਇਹ ਰਿਜ਼ਲਟ ਯੂਜ਼ ਹੋਣਗੇ। ਹਾਂਜੀ, ਐਕਸਰਸਾਈਜ਼ 6b, ਫਸਟ ਕੁਐਸਚਨ, ਆ ਬੋਡੀ ਪ੍ਰੋਜੈਕਟਡ ਵਿਦ ਵੈਲੋਸਿਟੀ 30 ਮੀਟਰ ਪਰ ਸੈਕਿੰਡ, ਐਂਗਲ ਆਫ ਪ੍ਰੋਜੈਕਸ਼ਨ ਇਜ਼ 30 ਡਿਗਰੀ, ਫਾਈਂਡ ਨੰਬਰ 1। ਨੰਬਰ 1 ਕੀ ਫਾਈਂਡ ਕਰਨਾ, ਟਾਈਮ ਆਫ ਫਲਾਈਟ, ਨੰਬਰ 2 ਰੇਂਜ ਆਫ ਬੋਡੀ, ਮੈਕਸੀਮਮ ਹਾਈਟ। ਇਹ ਸਭ ਕੁਝ ਅਸੀਂ ਫਾਈਂਡ ਕਰਾਂਗੇ। ਬਹੁਤ ਸਿੰਪਲ ਕੁਐਸਚਨਸ ਆ। ਕਿਵੇਂ ਸਟਾਰਟ ਕਰਨਾ ਕੁਐਸਚਨ ਉਹ ਦੇਖੋ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਲੈਟ ਯੂ ਬੀ velocity of projection and alpha be angle of projection, ਇਹ ਅਸੀਂ ਲਿਖਾਂਗੇ। ਹਾਂਜੀ, ਜੋ ਕਿੰਨਾ ਗਿਵਨ ਆ, ਜੋ ਇਜ਼ 30 ਮੀਟਰ ਪਰ ਸੈਕਿੰਡ, ਅਲਫਾ ਕਿੰਨਾ ਗਿਵਨ ਆ, ਵਿਚ ਇਜ਼ 30 ਡਿਗਰੀ। ਫਸਟ ਪਾਰਟ 'ਚ ਕੀ ਪੁੱਛਿਆ, ਟਾਈਮ ਆਫ ਫਲਾਈਟ। ਦੇਖੋ ਇਸ ਐਕਸਰਸਾਈਜ਼ 'ਚ ਦੋ ਚੀਜ਼ਾਂ ਦੀ ਜ਼ਰੂਰਤ ਹੋਏ ਕਰੇਗੀ ਸਾਨੂੰ, ਇੱਕ ਵੈਲੋਸਿਟੀ ਆਫ ਪ੍ਰੋਜੈਕਸ਼ਨ, ਇੱਕ ਐਂਗਲ ਆਫ ਪ੍ਰੋਜੈਕਸ਼ਨ, ਜੋ ਉਹ ਵੀ ਗਿਵਨ ਆ, ਐਂਗਲ ਵੀ ਗਿਵਨ ਆ। ਹੁਣ ਤੁਸੀਂ ਜੋ ਮਰਜ਼ੀ ਕੈਲਕੂਲੇਟ ਕਰ ਸਕਦੇ ਆ। ਸਭ ਤੋਂ ਪਹਿਲਾਂ ਅਸੀਂ ਟਾਈਮ ਆਫ ਫਲਾਈਟ ਕੈਲਕੂਲੇਟ ਕਰਾਂਗੇ। ਟਾਈਮ ਆਫ ਫਲਾਈਟ ਦਾ ਫਾਰਮੂਲਾ 2 ਸਾਈਨ ਅਲਫਾ ਓਵਰ ਜੀ। ਮੈਂ ਫਾਰਮੂਲੇ ਸਾਈਡ ਤੇ ਲਿਖ ਦਿੱਤੇ ਆ ਕਿ ਤੁਹਾਨੂੰ ਕੋਈ ਭੁਲੇਖਾ ਨਾ ਪਵੇ। 2 ਸਾਈਨ ਅਲਫਾ ਓਵਰ ਜੀ। ਜਸਟ ਆਪਾਂ ਵੈਲਿਊਜ਼ ਪੁੱਟ ਕਰਾਂਗੇ। 2 × 30 ਸਾਈਨ 30 ਓਵਰ 9.8। ਇਹ ਹੁਣ ਤੁਸੀਂ ਬੜੇ ਈਜ਼ੀਲੀ ਤੁਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਆ। ਸਾਈਨ 30 ਦੀ ਵੈਲਿਊ 1/2 ਓਵਰ 9.8। ਇਹ ਹੁਣ ਤੁਸੀਂ ਬੜੇ ਈਜ਼ੀਲੀ ਇਹਨੂੰ ਕੈਲਕੂਲੇਟ ਕਰ ਸਕਦੇ ਆ। ਉਹ ਤੁਹਾਡਾ ਆ ਜਾਏਗਾ ਸੈਕਿੰਡ 'ਚ ਆਨਸਰ। ਸੈਕਿੰਡ ਹੈ ਜੀ ਸਾਡੇ ਕੋਲ। ਸੈਕਿੰਡ ਪਾਰਟ 'ਚ ਕੀ ਪੁੱਛਿਆ, ਰੇਂਜ ਦਾ ਫਾਰਮੂਲਾ ਜੋ ਸਕੁਏਅਰ ਓਵਰ ਜੀ ਸਾਈਨ 2 ਅਲਫਾ। ਜੂ ਦੀ ਵੈਲਿਊ ਆ ਜੀ 30 ਸਕੁਏਅਰ ਜੀ 9.8 ਸਾਈਨ 2 ਅਲਫਾ ਸਾਈਨ 60। ਹੁਣ ਸਾਈਨ 60 × 3/2। ਇਹਨੂੰ ਹੁਣ ਤੁਸੀਂ ਬੜੇ ਈਜ਼ੀਲੀ ਕੈਲਕੂਲੇਟ ਕਰ ਸਕਦੇ ਆ। ਥਰਡ ਪਾਰਟ ਮੈਕਸੀਮਮ ਹਾਈਟ ਦਾ ਫਾਰਮੂਲਾ ਵੀ ਮੈਂ ਲਿਖ ਚੁੱਕਿਆ। ਜੋ ਸਕੁਏਅਰ ਸਾਈਨ ਸਕੁਏਅਰ ਅਲਫਾ ਓਵਰ 2g। ਜੋ ਸਕੁਏਅਰ ਮੀਨਸ 30 ਸਕੁਏਅਰ
sin 30 ਸਕੁਏਅਰ ਓਵਰ 2 ਇੰਟੂ 9.8। ਇਹ ਵੀ ਤੁਸੀਂ ਬੜੇ ਈਜ਼ੀਲੀ ਕੈਲਕੂਲੇਟ ਕਰ ਸਕਦੇ ਆ। ਇਸ ਤਰੀਕੇ ਤੁਸੀਂ ਇਹ ਫਸਟ ਕੁਐਸਚਨ ਕਰੋਗੇ। ਹਾਂਜੀ, ਸਾਡਾ ਨੈਕਸਟ ਕੁਐਸਚਨ ਹੈ ਜੀ, ਦ ਗ੍ਰੇਟੈਸਟ ਹਾਈਟ ਅਟੇਨਡ ਬਾਈ ਪ੍ਰੋਜੈਕਟਾਈਲ ਇਜ਼ 1/4 ਆਫ ਇਟਸ ਰੇਂਜ। ਇਹ ਗਿਵਨ ਹੈ। ਹਾਂਜੀ, ਕੀ ਗਿਵਨ ਆ? ਇਟ ਇਜ਼ ਗਿਵਨ greatest range greatest height is equal to 1/4 of its range। हाँ जी, रेंज का फार्मूला सी, वट इज़ रेंज? रेंज सी जू स्केयर अपॉन जी साइन 2 अल्फा। हुण मैक्सीमम हाइट का फार्मूला की सी? जू स्केयर साइन स्केयर अल्फा, जू स्केयर साइन स्केयर अल्फा अपॉन 2g। ये सी फार्मूला। हाँ जी, कैंसल करिए, ये कैंसल हो गया, जू स्केयर भी कैंसल आउट हो गया। होर की बचा? साइन स्केयर अल्फा इज़ इक्वल टू 2 साइन अल्फा कॉस अल्फा, साइन 2 अल्फा 2 साइन अल्फा कॉस अल्फा। नीचे सी मेरे को इत्थे बचा 2, 4 नूं लिख लोगे 2 इंटू 2, एक 2 ये कैंसल हो गया, एक 2 ये कैंसल आउट हो गया, एक साइन अल्फा ना साइन अल्फा कैंसल हो गया। सो साइन अल्फा इज़ इक्वल टू कॉस अल्फा विच इज़ tan अल्फा 1। सो अल्फा आ गया π/4। सो ये सानूं पुछया सी फाइंड एंगल ऑफ प्रोजेक्शन। सो एंगल ऑफ प्रोजेक्शन इज़ π/4। हुण असीं करांगे नैक्सट क्वेश्चन। हाँ जी, ये रहा जी साडा अज दा लास्ट नैक्सट क्वेश्चन। लास्ट क्वेश्चन इहदा सोल्यूशन बहुत सिंपल क्वेश्चन है। इफ द मैक्सीमम रेंज इज़ आर, मैक्सीमम रेंज कितनी होंदी है? मैक्सीमम रेंज आर गिवन है, मैक्सीमम रेंज इज़ आर। साढ़े को फार्मूला की है मैक्सीमम रेंज का? साढ़े को मैक्सीमम रेंज का फार्मूला जी जू स्केयर ओवर जी, नाल गिफ्ट मिलता π/4। मैक्सीमम रेंज की जो गल करनी है जू स्केयर ओवर जी विद अल्फा π/4। ये भी लिखना जरूरी है, ये गिफ्ट ही समझो इनू, ये सानू गिफ्ट ही मिलना। जो मैक्सीमम रेंज लिखना वो सानू नाल गिफ्ट मिलना। मैक्सीमम रेंज कितनी है? आर। फार्मूला की है? जू स्केयर ओवर जी। हुण मैक्सीमम हाइट शो करनी है। नाउ मैक्सीमम हाइट वट इज़ फार्मूला ऑफ मैक्सीमम हाइट? जू स्केयर साइन स्केयर अल्फा ओवर 2g, जू स्केयर ओवर जी साइन अल्फा, अल्फा इज़ π/4, स्केयर भी है ओवर 2, जू स्केयर ओवर जी। जू स्केयर ओवर जी तो आर है। सो मेरे को आर ये हो गया आर ओवर 2, ये हो गया 1/√2 स्केयर विच इज़ 1/2, सो विच इज़ r/4। सो इफ मैक्सीमम रेंज इज़ आर दैन मैक्सीमम हाइट इज़ r/4। ये असी शो कर चुके हैं। ये सी साडा अज दा ये लैक्चर, जिहदे विच असी प्रोजैक्टाइल चैप्टर शुरू कर दिता, आर्टिकल किया, कुछ रिजल्ट लिखे, कुछ एक्सरसाइज के सम सॉल्व किए। जे तुहानूं मेरे सम वधिया लगे होण तां तुसीं उन्हां नूं लाइक वाला बटन जरूर प्रेस करिओ। तुसीं की करदे आ, वीडियो देख लैंदे आ, कमेंट भी कई बारी कर दिंदे आ जी वीडियो बड़ी वधिया समझ आ रही है, बट लाइक नहीं करते, भुल जाते हैं। तुहाडा कसूर नहीं, तुसीं भुल जाते हैं, बट भुल्लिओ ना, लाइक वाला बटन कर दो प्रेस। जे तुसीं नवें आए हैं मेरे इस चैनल ते तां चैनल नूं सबसक्राइब भी जरूर करिओ, तां जो तुहानूं अगलियां नैक्सट वीडियो भी मिलदियां रहन, ते कमेंट भी करते रहिओ तां जो मेरा भी हौसला वधिया रहे। ये चैप्टर कंप्लीट करांगे, एक वीडियो करांगे, हर एक सम सॉल्व करांगे, असीं पूरी तैयारी करवावांगे। जो असीं आर्टिकल किया परसों ही पेपर होया
GNDU ਯੂਨੀਵਰਸਿਟੀ ਦੇ ਅੰਡਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਸੀ ਇਕੁਏਸ਼ਨ ਆਫ ਪਾਥ ਤੇ ਸ਼ੋ ਕਰਨਾ ਸੀ ਕਿ ਉਹ ਪੈਰਾਬੋਲਿਕ ਸ਼ੇਪ ਹੈ। ਥੈਂਕ ਯੂ।